ਘੱਲੂਘਾਰੇ ਦਾ ਭਾਵ ਹੁੰਦਾ ਏ ਜਿੱਥੇ ਬਹੁਤ ਜ਼ਿਆਦਾ ਤਬਾਹੀ, ਜਾਨੀ ਮਾਲੀ ਨੁਕਸਾਨ ਹੋਇਆ ਹੋਵੇ, ਜਿੱਥੇ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਹੋਵੇ, ਉਹਨੂੰ ਘੱਲੂਘਾਰਾ ਕਿਹਾ ਜਾਂਦਾ ਹੈ। ਸਿੱਖ ਪੰਥ ਦੇ ਉੱਪਰ 3 ਘੱਲੂਘਾਰੇ ਵਾਪਰੇ। ਪਹਿਲਾ ਘੱਲੂਘਾਰਾ 1746 ਈਸਵੀ ਦੇ ਵਿੱਚ ਕਾਹਨੂੰਵਾਨ ਦੀ ਛੰਭ ਦੇ ਵਿੱਚ ਵਾਪਰਿਆ, ਜਿੱਥੇ ਲਖਪਤ ਰਾਏ ਜਹੀਆ ਖਾਨ ਦੀਆਂ ਫੌਜਾਂ ਨੇ ਸਿੱਖਾਂ ਦੇ ਉੱਪਰ ਹਮਲਾ ਕਰਕੇ ਇੱਕੋ ਦਿਨ ਦੇ ਵਿੱਚ ਲਗਭਗ 11,000 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਤਿਹਾਸ ਦੇ ਵਿੱਚ ਇਹਨੂੰ ਛੋਟਾ ਘੱਲੂਘਾਰਾ ਜਾਂ ਪਹਿਲਾ ਘੱਲੂਘਾਰਾ ਕਿਹਾ ਜਾਂਦਾ ਹੈ। ਦੂਸਰਾ ਘੱਲੂਘਾਰਾ ਜਦੋਂ 5 ਫਰਵਰੀ 1762 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਦੇ ਉੱਪਰ ਹਮਲਾ ਕਰਕੇ ਇੱਕੋ ਦਿਨ ਦੇ ਵਿੱਚ 30 ਤੋਂ 35,000 ਸਿੱਖਾਂ ਨੂੰ ਸ਼ਹੀਦ ਕੀਤਾ। ਕੋਪਰ ਹੀੜੇ ਦੇ ਮੈਦਾਨ ਤੋਂ ਲੈ ਕੇ ਬਰਨਾਲੇ ਤੱਕ ਲਾਸ਼ਾਂ ਹੀ ਲਾਸ਼ਾਂ ਡਿੱਗੀਆਂ ਨਜ਼ਰ ਆ ਰਹੀਆਂ ਸਨ। ਇਤਿਹਾਸ ਦੇ ਵਿੱਚ ਇਹਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਤੀਸਰਾ ਘੱਲੂਘਾਰਾ ਜੋ ਮੌਜੂਦਾ ਸਮੇਂ ਦੇ ਦੌਰਾਨ ਇਸ ਆਜ਼ਾਦ ਦੇਸ਼ ਦੀ ਫੌਜ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਹਜ਼ਾਰਾਂ ਬੇਦੋਸ਼ੇ ਤੇ ਬੇਗੁਨਾਹ ਮਾਸੂਮ ਬੱਚਿਆਂ, ਬਜ਼ੁਰਗ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਜਿਸ ਵਕਤ ਸਿੱਖਾਂ ਨੇ ਤੇਗਾਂ ਦੀਆਂ ਧਾਰਾਂ ਦੇ ਨਾਲ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ, 1,45,000 ਮਰਬਾ ਮੀਲ ਰਾਜ ਭਾਗ ਦੇ ਮਾਲਕ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਸਹਿਜੇ ਸਹਿਜੇ ਡੋਗਰਿਆਂ ਦੀ ਗਦਾਰੀ ਦੇ ਕਰਕੇ ਉਹ ਖਾਲਸਾ ਰਾਜ ਜਾਂਦਾ ਰਿਹਾ। ਅੰਗਰੇਜ਼ ਆ ਗਏ। ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ। ਹਰ ਮੁਹਿੰਮ ਦੇ ਵਿੱਚ ਸਿੱਖਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਜਿਸ ਵਕਤ ਅੰਗਰੇਜ਼ ਛੱਡ ਕੇ ਜਾਣ ਲੱਗੇ, ਉਸ ਵਕਤ ਇਸ ਭਾਰਤ ਦੇ ਖਿੱਤੇ ਵਿੱਚ ਮੁੱਖ ਤੌਰ ਤੇ 3 ਕੌਮਾਂ ਸਨ। ਇੱਕ ਭਾਰਤ ਦੀ ਬਹੁ ਗਿਣਤੀ ਸਨਾਤਨੀ ਹਿੰਦੂ ਲੋਕ, ਜਿਨ੍ਹਾਂ ਦਾ ਲੀਡਰ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨਹਿਰੂ ਹੈ। ਦੂਸਰਾ ਹੈ ਇਸਲਾਮ ਦਾ ਲੀਡਰ ਮੁਹੰਮਦ ਅਲੀ ਜਿਨਾਹ। ਤੀਸਰੇ ਸਿੱਖ ਸਨ, ਜਿਨ੍ਹਾਂ ਦੇ ਲੀਡਰ ਸਤਿਕਾਰਯੋਗ ਮਾਸਟਰ ਤਾਰਾ ਸਿੰਘ ਜੀ ਸਨ। ਮੁਹੰਮਦ ਅਲੀ ਜਿਨਾਹ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ, ਮੈਨੂੰ ਇੱਕ ਵੱਖਰਾ ਖਿੱਤਾ ਚਾਹੀਦਾ ਹੈ। ਪਰ ਸਿੱਖਾਂ ਦੇ ਲਈ ਉਸ ਵਕਤ ਭਾਰਤ ਦੀ ਬਹੁ ਗਿਣਤੀ ਦੇ ਲੀਡਰਾਂ ਨੇ ਬਾਰ-ਬਾਰ ਕਿਹਾ। ਮਹਾਤਮਾ ਗਾਂਧੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਖਲੋ ਕੇ ਕਿਹਾ, ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਹਾਂ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿੱਖਾਂ ਦੇ ਨਾਲ ਕੋਈ ਵਿਸ਼ਵਾਸਘਾਤ ਨਹੀਂ ਕੀਤਾ ਜਾਏਗਾ, ਇਹਨਾਂ ਨੂੰ ਬਣਦਾ ਹੱਕ ਦਿੱਤਾ ਜਾਏਗਾ। ਪੰਡਿਤ ਜਵਾਹਰ ਲਾਲ ਨਹਿਰੂ ਨੇ 1946 ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਉੱਤਰੀ ਭਾਰਤ ਦੇ ਵਿੱਚ ਸਿੱਖਾਂ ਨੂੰ ਇੱਕ ਐਸਾ ਖਿੱਤਾ ਦਿੱਤਾ ਜਾਏਗਾ ਜਿੱਥੇ ਰਹਿ ਕੇ ਸਿੱਖ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਦੇਸ਼ ਆਜ਼ਾਦ ਹੋ ਗਿਆ। 14 ਅਗਸਤ 1947 ਨੂੰ ਪਾਕਿਸਤਾਨ ਬੰਦ ਦਾ ਐਲਾਨ ਕੀਤਾ ਗਿਆ। 15 ਅਗਸਤ ਵਾਲੇ ਦਿਨ ਭਾਰਤ ਦੀ ਆਜ਼ਾਦੀ ਦਾ ਐਲਾਨ ਕੀਤਾ ਗਿਆ। ਦੇਸ਼ ਆਜ਼ਾਦ ਹੁੰਦੇ ਵਕਤ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ। ਪੰਜਾਬ ਦੀ ਹਿੱਕ ਦੇ ਉੱਪਰ ਲੀਕ ਖਿੱਚ ਕੇ ਵੰਡ ਦਿੱਤਾ ਗਿਆ। 40% ਪੰਜਾਬ ਪਾਕਿਸਤਾਨ ਵਿੱਚ ਰਹਿ ਗਿਆ, 60% ਜਿਹੜਾ ਭਾਰਤ ਦੇ ਵਿੱਚ ਰਹਿ ਗਿਆ। ਸਿੱਖਾਂ ਦੇ ਹਜ਼ਾਰਾਂ ਗੁਰੂ ਘਰ ਜਿਹੜੇ ਸਨ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜਿਹੜੇ ਸਨ ਉਧਰੋਂ ਉਜੜ ਕੇ ਇੱਧਰ ਆਏ। ਅਜੇ ਤੇ ਉਹ ਸਾਰੇ ਜ਼ਖਮ ਵੀ ਅੱਲੇ ਸੀ ਜਦੋਂ ਫਿਰ ਦੇਸ਼ ਦੀ ਆਜ਼ਾਦੀ ਦੇ 55 ਦਿਨਾਂ ਬਾਅਦ ਹੀ ਪੰਜਾਬ ਦੇ ਗਵਰਨਰ ਚੰਦੂ ਲਾਲ ਤਰਬੇਣੀ ਨੇ 10 ਅਕਤੂਬਰ 1947 ਨੂੰ ਫਰਮਾਨ ਜਾਰੀ ਕੀਤਾ, ਸਿੱਖ ਜਿਹੜੇ ਉਹ ਜਰਾਇਮ ਪੇਸ਼ ਲੋਕਾਂ ਦੀ ਕੌਮ ਹੈ। ਜਰਾਇਮ ਪੇਸ਼ ਦਾ ਭਾਵ ਹੁੰਦਾ ਚੋਰ, ਡਾਕੂ ਤੇ ਠੱਗ।
सिखां नूं चोर कहा गया, डाकू कहा गया, ठग कहा गया। उस तो बाद जदों संविधान लिखण की गल आई, हिंदुआं नूं हिंदू लिख दिता गया, मुसलमानां नूं मुसलमान लिखिया गया, ईसाइयां नूं ईसाई लिखिया गया, लेकिन सिखां नूं सिख ही नहीं लिखिया गया ते सिखां नूं उस वक्त केसाधारी हिंदू लिखिया गया। संविधान दे उपर जिहड़े दो नुमाइंदे सन उस कमेटी दे विच उन्हां ने साइन करन तो इनकार कर दिता, पर एक पासे 82% कौम होवे, एक पासे 1.5% होवे, उन्हां दी कौन सुणदा सी। जिन्नियां सिखां दीयां मंगां सन जां सिखां दे नाल जिन्ने वादे कीते सी उन्हां सारियां नूं भुला दिता गया। जदों मास्टर तारा सिंह जी होना ने जाके देश के प्रधान मंत्री पंडित जवाहर लाल नेहरू नूं कहा, तुसीं आज़ादी तो पहलां साडे नाल इह वादे कीते सी। बड़ी बेशर्मी दे नाल मुकरदियां प्रधान मंत्री ने कहा वो समा होर सी, हुण समा बदल चुका है। उस तो बाद सारे सूबियां नूं भाषा के आधार पर बनाया गया, लेकिन पंजाबी सूबा ही नहीं बनाया गया, दो भाषाई सूबा बना दिता गया। फिर सिखां ने उस वक्त मोर्चा लाया, पंजाब नूं कट वढ़ के निक्की जी सूबी जिहड़ी वो सिखां दे मत्थे मढ़ दित्ती गई। उहदे विचों पंजाबी बोलदे इलाके कांगड़ा इत्यादिक हिमाचल नूं दे दिता गया, करनाल हिसार वो सारा इलाका जिहड़ा हरियाणे नूं दे दिता गया, कुछ इलाका राजस्थान नूं दे दिता गया। 10 लाख पंजाबी जिहड़े सन वो माँ बोली पंजाबी तो वांझे कर दिते गए। पंजाब दा पानी राजस्थान ते हरियाणे नूं दे दिता गया। जिस वक्त देश दे विच एमरजेंसी लगदी है, कोई नहीं बोलिया सारे देश दे विचों, उदों भी बोलण वाले केवल ते केवल सिख सन। सिखां तो बाद बाकी देश दे लीडरां ने बोलना शुरू किया, लेकिन उदों ही गुरु के सिख जिहड़े सन वो इंदिरा गांधी देश की प्रधान मंत्री दीयां अखां दे विच रड़कन लग गए। एमरजेंसी दे दौरान कोई नहीं बोलदा, लेकिन बोलण वाले केवल ते केवल सिख है। 1973 दे विच सिख पंथ की नुमाइंदा जथेबंदी श्रोमणी अकाली दल ते समुचे पंथ ने इकट्ठियां होकर एक मता तैयार किया, जिन्हों आनंदपुर साहब का मता कहा गया। उहदे विच कहा गया कि सिखां नूं वखरी कौम लिखिया जाए, श्री अमृतसर साहब नूं पवित्र शहर का दर्जा दिता जाए, पंजाबी बोलदे इलाके जिहड़े वो पंजाब नूं वापस दिते जान, 4 विभाग जिहड़े है वो डाक होवे, वो संचार दे साधन, विदेश नीति, खजाना, ये केंद्र अपने कोल रख ले, बाकी सारे अधिकार जिहड़े सूबियां नूं दे दिते जान। इहदे विच कोई गुनाह वाली गल नहीं सी। उस तो इलावा श्री दरबार साहब तो लाइव सीधा प्रसारण करन दी इजाजत दिती जाए, उहदा खर्चा भी सिख अपने कोलों देणगे। ये ਜਿਹੜੀਆਂ ਸਾਂਝੀਆਂ ਮੰਗਾਂ सन, इन्हां नूं ਵੱਖਵਾਦੀ कह के भंडिया गया। भारत दे उस वक्त दे मीडिया ते प्रैस ने भी भंडना शुरू किया। 1982 दे विच देश दे विच एशियन खेडां होंदियां, लेकिन सिखां नूं दिल्ली दे विच दाखल ही नहीं होण दिता गया। हरियाणे दे मुख मंत्री भजन लाल वर्गियां ने सिखां नूं बेइज्जत करके हरियाणे तो वापस मोड़ दिता। बहुत सारे सिखां नूं मारिया गया, हमले किए गए, दुकानां साड़ियां गईयां, गुरु ग्रंथ साहिब महाराज के स्वरूप तक अगन भेट किए गए। गुरु के सिखां ने श्री आनंदपुर साहब के मते की प्राप्ति के वास्ते समुचे पंथ ने इकट्ठियां होके श्री अकाल तख्त साहब ते अरदास करके 4 अगस्त 1982 नूं धर्म युद्ध मोर्चे की आरंभता की है। रोज सिख अरदास करके तुरदे है, जाके गिरफ्तारियां देंदे, जेलों दे विच जेलां भर दित्तियां गईयां। पंजाब दे विच कोई जेल बाकी ना बची जिथे सिखां नूं गिरफ्तार करके रखिया जाए। फिर एक दिन अचानक ही सरकार ने वो सारे सिखां नूं छड़ दिता। रोज गिरफ्तार किया जाता है, करन तो बाद फिर थोड़े समय बाद छड़ दिता जाता है। इवें करके धर्म युद्ध मोर्चा जिहड़ा वो चलदा रहा। 2 साल के करीब धर्म युद्ध मोर्चा चलन तो बाद भी
गल किसे सिरे ना लगी, किसे सिट्टे ते ना पहुँच सकी। आखिरकार मोर्चे दे डिटेटर ते श्रोमणी अकाली दल दे प्रधान सरदार हरचंद सिंह लोंगोवाल होना ने एक नवा फैसला किया। उन्होंने 13 मई 1984 नूं यह ऐलान कर दिता, असीं सरकार दे नाल ना मिलवरतन दी लहर चलावांगे। असीं केंद्र नूं कोई फसल नहीं बेचनी, असीं कुछ देना ही नहीं है, असीं केंद्र दे नाल ना मिलवरतन दी लहर चलाउणी। ये फैसला किया गया। बुखलाहट विच आई हुई देश दी प्रधानमंत्री ने उस वक्त श्री अमृतसर साहिब वाले पासे नूं वड्डी गिनती दे विच फौज नूं भेजना शुरू कर दिता। 30 मई 1984 नूं पंजाब दे विच वड्डी पद्धर ते फौज आ जाती है। सारे दे सारे पंजाब नूं देश दे नालों तोड़ दिता जाता है और खास करके अमृतसर साहिब नूं बाकी सारे दे सारे जिलियां दे नालों वखरा कर दिता जाता है। जिस वक्त 1 जून 1984 का वो दिन सी जदों फिर श्री अमृतसर साहिब के डिप्टी कमिश्नर दे कोलों श्री दरबार साहिब के उपर हमला करने के वास्ते इजाजत मंगी गई। किसी भी प्रकार की कोई फौज होवे डिप्टी कमिश्नर तो बिना कोई कार्रवाई नहीं कर सकती, लेकिन श्री अमृतसर साहिब के डिप्टी कमिश्नर सरदार गुरदेव सिंह मान ने इजाजत देने तो बिल्कुल इनकार कर दिता। उन्होंने धक्के दे नाल छुट्टी ते भेज दिता गया। भेजन तो बाद फिर उस वक्त रमेशिंदर सिंह नूं नवा डिप्टी कमिश्नर ला के उहदे कोलों दरबार साहिब के उपर हमला करने के वास्ते इजाजत लई गई। 1 जून 1984 का दिन से 12:40 ते CRP ने श्री दरबार साहिब के उपर फायरिंग करनी शुरू कर दी। ये फायरिंग लगातार 8 घंटे होंदी रही। शाम के 8:15 बजे जाके फायरिंग बंद हुई। इस 1 जून वाले दिन ही 11 सिख श्रद्धालु जिहड़े सन शहादत का जाम पी चुके हैं। उन्हां दे विच सरदार महंगा सिंह बब्बर, अपने नेड़े एक नगर चमियारी दे रहन वाले सरदार बलविंदर सिंह जिहड़े सिख स्टूडेंट फैडरेशन के विद्यार्थी सी, ये सारे सिख शहीद हो जाते हैं। शहीद होने तो बाद 1 जून नूं होई फायरिंग दे वास्ते सारे पासे खबरां फैल जांदियां। श्रोमणी अकाली दल के प्रधान हरचंद सिंह लोंगोवाल होना ने देश के राष्ट्रपति ज्ञानी जैल सिंह होना नूं 4 बार फोन करके ये गल कहण की कोशिश की कि दरबार साहिब विच अजिही कार्रवाई ना की जाए, लेकिन 4 बार फोन करने के बावजूद भी उहदा निजी सकत्तर देवकी नंदन गल कराउण तो आले टाले करदा रहा, उन्हें गल नहीं कराई। आखिर फिर लोंगोवाल जी होना ने कह दिता कि अपने राष्ट्रपति नूं कह दिओ ये जो कुछ श्री दरबार साहिब विच कीता है इहदी बड़ी भारी कीमत तुहानूं अदा करनी पवेगी। 2 जून का दिन चढ़िया। पहले दिन शहीद होए सिखां दा संस्कार किया गया। सारी समुची लीडरशिप श्री अमृतसर साहिब दे विच इकट्ठी हो जाती है। प्रैस के सामने बयान जारी किए जाते हैं। इस हमले की निखेधी की जाती है। इस दिन भी थोड़ी बहुत गोलीबारी जिहड़ी हुंदी रही। सारिਆਂ ਦਾ ध्यान लगा होया सी। 2 जून रात 8 बजे नूं देश की प्रधानमंत्री ने समुचे देश नूं संबोधन करना है, राष्ट्र नूं संबोधन करना है। जदों राष्ट्र नूं संबोधन करने वास्ते लोग उड़ीक करते पे सन, रात 8 बजे की बजाय समा लेट हुंदा गया। लोग टीवियां ते रेडियो के उपर अगे बैठे रहे, पर 8 की बजाय 9:15 बजे जाके देश की प्रधानमंत्री अपनी स्पीच शुरू कर दी है। हकीकत यह सी कि वह बड़ी डरी हुई सी। उहदे आवाज़ दे विचों बुल उहदे थिड़कदे पे सन और एक साफ परेशानी जिहड़ी उहदे चेहरे दे उपर झलकदी पई सी। उन्हें अमृतसर साहिब दे विच भेजी हुई फौज का कोई जिक्र नहीं किया। उन्हें शांति की गल की। उन्हें अकाली दल नूं धर्मयुद्ध मोर्चा वापस लैण की अपील की, पर इन्नी फौज पंजाब दे विच आण के बैठी इहदा कोई जिक्र नहीं किया। उहदा भाषण खत्म होने की देर सी कि रात नूं 9:30 बजे पंजाब दे विच 32 घंटे के लिए करफ्यू लगा दिता गया। पंजाब नूं उस वक्त फौज के हवाले कर दिता गया। राष्ट्रपति राज लागू कर दिता गया।
3 जून वाले दिन ਸਾਹਿਬ सतगुरु गुरु अर्जन साहब महाराज का शहीदी दिहाड़ा सी। सवेरे 9 तो 11 बजे तक करफ्यू दे विच थोड़ी ढिल दिती गई, पर बहुते सिख संगतां नूं इस गल का पता ना लग सकिया। बहुतियां संगतां जिहड़ियां नतमस्तक होण वास्ते नहीं आईयां। पंजाब दीयां सड़कां दे उपर सन्नाटा छा गया। बसां आवाजाई, बसां ते होर वहीकल बंद कर दिते गए। इत्थों तक कि अखबारां दे उपर सेंसर ला दिता गया। अमृतसर साहिब की कोई खबर बाहर नहीं निकल सकती। जिन्ने भी टैलीफोन सन सारे अमृतसर साहिब दे कट दिते गए। श्री दरबार साहिब कंपलैक्स का पानी ते बिजली जो सी वो भी कट दिती गई। 4 जून वाले दिन अमृत वेले 4:55 के उपर श्री गुरु ग्रंथ साहिब महाराज जी का प्रकाश हुंदा है। प्रकाश हो के मुख वाक होने की देर सी कि गोली चलनी आरंभ हो जाती है। उस गोली चलन तो बाद एक गोली गुरु ग्रंथ साहिब महाराज जी के पावन स्वरूप दे विच आण के लगती है। अज भी उस पावन स्वरूप के दर्शन श्री अकाल तख्त साहिब के उपर करवाए जा रहे हैं। वो पावन स्वरूप सामभ के रखे होया है। 82 गुरु ग्रंथ साहिब जी के अंग कट के वो गोली अगे लंघ जाती है। उस तो बाद सारा दिन गोलीबारी तो बाद रात का जो वक्त हुंदा है, अज इन्नी तेज गोली चल रही सी कि गुरु ग्रंथ साहिब महाराज जी का सोखासन करके श्री अकाल तख्त साहिब के उपर स्वरूप नहीं पहुँच सकिया। पावन स्वरूप का सोखासन भी हर की पौड़ी के उपर ही किया गया। 5 जून वाले दिन भी इदां ही सारा दिन गोलीबारी हुई। दोवां पासियां तो फायरिंग होंदी रही। अंदर बैठे हुए श्री अकाल तख्त साहिब के उपर कुछ खाड़कू सिख सन। बाबा जरनैल सिंह जी, उन्हां दे नाल बाबा थारा सिंह, जनरल सुबेग सिंह वर्गे, ते बाहर इंडियन आर्मी वड्डी गिनती दे विच घेरा पा के बैठी है। सारियां तो पहला 5 जून वाले दिन अमृत सरोवर दे विच कमांडो तारे गए, ਜਿਹੜੇ गोताखोर भी सन। तो उन्होंने कहा गया कि यह कमांडो सरोवर के विच जाके श्री दरबार साहिब कंपलैक्स के उपर कब्जा कर लेंगे। पर जदों वो तारे गए तो उस वक्त गुरु के सिखा ने गोलियां दे नाल उन्होंने भुन के रख दिता। वो कमांडो मार दिते गए। KS बराड़ के मुताबिक मरन वालियां की गिनती 59 के करीब सी। फिर इदां ही रात के वक्त श्री अकाल तख्त साहिब के पिछले पासे वालों एक तंग बाजार के थाने कमांडो श्री अकाल तख्त साहिब नूं घेरा पाउण वास्ते भेजे गए। पर उन्हां दे उपर भी गुरु के सिखा ने कोई ऐसी जहरीली चीज़ सुटी। मारे गए दा रौला पा के कमांडो पिछे नूं दौड़ गए और बहुत सारे उन्हां दे विचों मारे भी गए। 5 जून रात 10 बजे होए सन जदों फिर एक छोटा टैंक श्री दरबार साहिब दीयां परिक्रमा दे विच वाड़िया गया। पर गुरु के सिखा ने RDS सुट के वो जिहड़ा टैंक सी उहनूं नकारा कर दिता। उस तो बाद 6 जून वाले दिन फिर वड्डे टैंक श्री दरबार साहिब दीयां परिक्रमा दे विच भेजे जाते हैं। 9 बजे तो लैके 9:15 बजे तक श्री अकाल तख्त साहिब के सन्मुख एक वड्डे पद्धर ते जंग हुंदी है। एक पासे गुरु के सिख गुरु ग्रंथ साहिब महाराज श्री दरबार साहिब की पवित्रता के वास्ते लड़ते पे सन ते इंडियन आर्मी के वो लोग दरबार साहिब ते कब्जा करने वास्ते लड़ते पे सन। 9:15 बजे तो बाद सहजे श्री अकाल तख्त साहिब वाले पासों गोली आनी बंद हुंदी गई। सीधा भाव से कि खाड़कू सिख जिहड़े सन शहादतां दा जाम पींदे गए। उस टैंक ने श्री अकाल तख्त साहिब नूं ढह ढेरी कर दिता। श्री अकाल तख्त साहिब अग दे नाल सड़दा पिया सी। दर्शनी ड्योड़ी अग दे नाल सड़दी पई सी। हज़ारां बेगुनाह सिखां नूं उत्थे कतल कर दिता गया, शहीद कर दिता गया। अमृत सरोवर दे विच जिथे सिख जल छक के मुक्ति की जाचना करदा है उहदे विच लाशां तरदियां फिरदियां सी। वो अमृत जल लहू दे नाल लाल होया नज़र आ रहा सी। परिक्रमा दे विच गुरु के सिखां दा खून रुड़िया होया है। ते उस वक्त इंडियन आर्मी दे वो लोग बूटां समेत श्री दरबार साहिब दे अंदर दाखल हुंदे, इत्थों तक कि वो बेड़ियां तक पींदे पे सन।
ਤੋਸ਼ੇਖਾਨੇ ਦੇ ਵਿੱਚ ਜਿਹੜੇ ਸੈਂਕੜੇ ਸਾਲਾਂ ਤੋਂ ਸਾਂਭਿਆ ਹੋਇਆ ਸਮਾਨ ਸੀ, ਮਹਾਰਾਜਾ ਰਣਜੀਤ ਸਿੰਘ ਨੇ ਚਾਂਦਨੀ ਭੇਟ ਕੀਤੀ, ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰਾ ਭੇਟ ਕੀਤਾ, ਉਹ ਸਾਰਾ ਕੁਝ ਸਾੜ ਕੇ ਰਾਖ ਕਰ ਦਿੱਤਾ ਗਿਆ। 250 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਸਨ ਅਗਨ ਭੇਟ ਕਰ ਦਿੱਤੇ ਗਏ। ਸਿੱਖਾਂ ਦੇ ਹੱਥ ਲਿਖਤ ਬੜੇ ਖਰੜੇ ਜਿਹੜੇ ਸਨ ਉਹਨਾਂ ਸਾਰਿਆਂ ਨੂੰ ਸਾੜ ਦਿੱਤਾ ਗਿਆ ਜਾਂ ਇੰਡੀਅਨ ਆਰਮੀ ਚੁੱਕ ਕੇ ਲੈ ਗਈ। ਅੱਜ ਤੱਕ ਉਹਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸ਼ਾਮ ਨੂੰ 4 ਵਜੇ ਅਨਾਉਂਸਮੈਂਟ ਕੀਤੀ ਗਈ, ਜੇ ਕੋਈ ਬਾਹਰ ਆਉਣਾ ਚਾਹੁੰਦਾ ਤੇ ਆ ਸਕਦਾ ਹੈ। ਉਹਦੇ ਵਿੱਚ ਬਹੁਤ ਸਾਰੇ ਸ਼ਰਧਾਲੂ ਔਰ ਜਿਹੜੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਗਿਆਨੀ ਜੋਗਿੰਦਰ ਸਿੰਘ ਵਦੰਤੀ, ਉਸ ਵਕਤ ਤੋਂ ਗੁਰੂ ਰਾਮਦਾਸ ਮਹਾਰਾਜ ਘਰ ਦੇ ਸ਼੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਸਨ, ਉਹ ਵੀ ਬਾਹਰ ਨਿਕਲੇ ਤੇ ਵਦੰਤੀ ਜੀ ਕਹਿੰਦੇ ਨੇ ਕਿ 4 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਅੱਗ ਦੇ ਨਾਲ ਸੜਦਾ ਪਿਆ ਸੀ, ਦਰਸ਼ਨੀ ਡਿਉੜੀ ਅੱਗ ਦੇ ਨਾਲ ਸੜਦੀ ਪਈ ਸੀ। ਕਹਿੰਦੇ ਸਾਡੀਆਂ ਅੱਖਾਂ ਦੇ ਸਾਹਮਣੇ ਸੈਂਕੜੇ ਸਿੱਖਾਂ ਨੂੰ ਗੋਲੀ ਦੇ ਨਾਲ ਭੁੰਨ ਦਿੱਤਾ ਗਿਆ। ਇੱਕ ਕਤਾਰ ਦੇ ਵਿੱਚ ਖੜਿਆਂ ਕਰਕੇ 35 ਗੁਰੂ ਕੇ ਸਿੱਖਾਂ ਨੂੰ ਤੋਪ ਦੇ ਨਾਲ ਉਡਾ ਦਿੱਤਾ ਗਿਆ। ਇਹ ਸਾਰਾ ਕੁਝ ਉਸ ਦੇਸ਼ ਦੀ ਆਰਮੀ ਕਰ ਰਹੀ ਸੀ ਜਿਨ੍ਹਾਂ ਦੀ ਖਾਤਰ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਚੁੱਕੇ ਸਨ। ਆਸਾ ਜੀ ਕੀ ਵਾਰ ਕਰਨ ਆਏ ਕੀਰਤਨੀਏ ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਚੁੱਕੇ ਸਨ। ਲਹੂ ਲੁਹਾਨ ਹੋਏ ਸ਼੍ਰੀ ਦਰਬਾਰ ਸਾਹਿਬ ਤੇ ਉਹਦੀਆਂ ਪਰਿਕਰਮਾ। ਇਹ ਸਾਰਾ ਕੁਝ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਗਿਆ। ਲੇਕਿਨ ਬਾਰ-ਬਾਰ ਭਾਰਤ ਦਾ ਮੀਡੀਆ ਕਹਿ ਰਿਹਾ ਸੀ ਦਰਬਾਰ ਸਾਹਿਬ ਦੇ ਉੱਪਰ ਕੋਈ ਗੋਲੀ ਨਹੀਂ ਲੱਗੀ। ਹਕੀਕਤ ਇਹ ਹੈ ਜਿੱਥੇ ਦਰਬਾਰ ਸਾਹਿਬ ਅੰਦਰ ਪ੍ਰਕਾਸ਼ਮਾਨ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੋਲੀਆਂ ਲੱਗ ਸਕਦੀਆਂ ਉੱਥੇ ਬਾਕੀਆਂ ਦੀ ਤੇ ਗੱਲ ਇਹ ਕੀ ਸੀ 350 ਤੋਂ ਵੱਧ ਗੋਲੀਆਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਲੱਗੀਆਂ ਸਨ। ਔਰ ਫਿਰ ਸਹਿਜੇ ਸਹਿਜੇ ਕਰਕੇ 7 ਜੂਨ ਵਾਲੇ ਦਿਨ ਕੁਝ ਭੰਗੀ ਸੱਦ ਕੇ ਨਗਰ ਨਿਗਮ ਦੀਆਂ ਗੱਡੀਆਂ ਸੱਦ ਕੇ ਉਹ ਜਿਹੜੀਆਂ ਸਿੱਖਾਂ ਦੀਆਂ ਲਾਸ਼ਾਂ ਪਈਆਂ ਪਾਵਨ ਸਰੀਰ ਪਏ ਸੀ ਗੱਡੀਆਂ 'ਚ ਲੱਦ ਕੇ ਬਾਹਰ ਸੁੱਟੇ ਗਏ। ਇੱਥੋਂ ਤੱਕ ਲਾਲਚ ਦਿੱਤੇ ਗਏ ਚੁੱਕਣ ਵਾਲਿਆਂ ਨੂੰ ਜੋ ਵੀ ਉਸ ਸਰੀਰ ਦੇ ਜੇਬ ਦੇ ਵਿੱਚੋਂ ਨਿਕਲੇ ਸੋਨਾ ਚਾਂਦੀ ਪੈਸੇ ਸਾਰਾ ਕੁਝ ਤੁਹਾਡਾ, ਨਾਲੇ ਪੈਸਿਆਂ ਦੇ ਲਾਲਚ ਦਿੱਤੇ। ਛੇਤੀ ਦੇ ਨਾਲ ਪ੍ਰਕਰਮਾਂ ਨੂੰ ਸਾਫ਼ ਕਰਕੇ 8 ਜੂਨ ਵਾਲੇ ਦਿਨ ਫਿਰ ਸ਼੍ਰੀ ਦਰਬਾਰ ਸਾਹਿਬ ਦਾ ਲਾਈਵ ਸਿੱਧਾ ਪ੍ਰਸਾਰਣ ਰੇਡੀਓ ਦੇ ਉੱਪਰ ਕੀਤਾ ਗਿਆ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਵਾਸਤੇ। ਜਿੱਥੇ ਇੱਕ ਪਾਸੇ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਰੇਡੀਓ ਤੇ ਆ ਰਿਹਾ ਸੀ, ਵਿੱਚ ਉਹਦੇ ਗੋਲੀ ਚੱਲਣ ਦੀ ਆਵਾਜ਼ ਅਜੇ ਵੀ ਆਉਂਦੀ ਪਈ ਸੀ, ਅਜੇ ਵੀ ਗੋਲੀਆਂ ਚੱਲ ਰਹੀਆਂ ਸਨ। 8 ਜੂਨ ਵਾਲੇ ਦਿਨ ਹੀ ਦੇਸ਼ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੇਖਣ ਵਾਸਤੇ ਆਉਂਦਾ। ਜਿੱਥੇ ਮੀਡੀਆ ਕਹਿ ਰਿਹਾ ਸੀ ਦਰਬਾਰ ਸਾਹਿਬ ਤੇ ਕੋਈ ਗੋਲੀ ਨਹੀਂ ਲੱਗੀ, ਉੱਥੇ ਬਾਰ-ਬਾਰ ਗਿਆਨੀ ਜੈਲ ਸਿੰਘ ਨੂੰ ਵਿਖਾਇਆ ਗਿਆ ਆ ਦੇਖੋ ਦਰਬਾਰ ਸਾਹਿਬ ਦੇ ਉੱਪਰ ਗੋਲੀਆਂ ਲੱਗੀਆਂ। ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ ਪਿਆ ਹੈ ਔਰ ਸਾਰੇ ਪਾਸੇ ਅੱਗ ਹੀ ਅੱਗ ਨਜ਼ਰ ਆਉਂਦੀ ਪਈ ਸੀ। ਗੁੰਮਦ ਢਹਿ ਚੁੱਕੇ ਸਨ। ਪਾਣੀ ਵਾਲੀਆਂ ਟੈਂਕੀਆਂ ਤੱਕ ਤੋੜ ਦਿੱਤੀਆਂ ਗਈਆਂ। ਬਿਜਲੀ ਪਾਣੀ ਕੁਝ ਵੀ ਨਹੀਂ, ਨੇਰ ਕੁੱਪ ਕੇਰ ਹੋਇਆ ਦਰਬਾਰ ਸਾਹਿਬ 'ਚ ਨਜ਼ਰ ਆਉਂਦਾ ਸੀ। ਇਹਨੂੰ ਸਿੱਖ ਇਤਿਹਾਸ ਦੇ ਵਿੱਚ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ। ਪਹਿਲਾਂ ਤੇ ਉਹਨਾਂ ਮੁਗਲਾਂ ਨੇ ਜਿਹੜੇ ਵਿਦੇਸ਼ ਤੋਂ ਬਾਹਰੋਂ ਆਏ ਸਨ ਉਹਨਾਂ ਦੇ ਨਾਲ ਜੰਗਾਂ ਜੁੱਧਾਂ ਕੀਤੀਆਂ, ਉਹਨਾਂ ਨੇ ਸਿੱਖਾਂ ਨੂੰ ਮਾਰਿਆ। ਫਿਰ ਅੰਗਰੇਜ਼ ਹਕੂਮਤ ਜਿਹੜੀ 7 ਸਮੁੰਦਰ ਪਾਰ ਤੋਂ ਆਈ ਸੀ ਉਹਨਾਂ ਨੇ ਸਿੱਖਾਂ ਨੂੰ ਮਾਰਿਆ। ਪਰ ਹੈਰਾਨੀ ਦੀ ਹੱਦ ਉਦੋਂ ਨਾ ਰਹੀ ਜਿਹੜੇ ਦੇਸ਼ ਦੇ ਵਾਸਤੇ ਸਿੱਖਾਂ ਨੇ 90% ਕੁਰਬਾਨੀਆਂ ਕੀਤੀਆਂ ਹੋਣ, ਉਸ ਦੇਸ਼ ਦੀ ਫੌਜ ਨੇ ਗੁਰੂ ਕੇ ਸਿੱਖਾਂ ਨੂੰ ਟੈਂਕਾਂ ਤੇ ਤੋਪਾਂ ਦੇ ਨਾਲ ਕੁਚਲਣ ਦਾ ਯਤਨ ਕੀਤਾ। ਤਾਂ ਹੀ ਡਾਕਟਰ ਇਕਬਾਲ ਨੇ ਕਿਹਾ ਸ਼ਰਮ ਸੀ ਆਤੀ ਇਸ ਵਤਨ ਕੋ ਵਤਨ ਕਹਤੇ ਹੋਏ। ਇਹਨੂੰ ਇਤਿਹਾਸ ਦੇ ਵਿੱਚ ਤੀਸਰਾ ਘੱਲੂਘਾਰਾ ਕਿਹਾ ਜਾਂਦਾ ਹੈ। ਸਮੁੱਚਾ ਸਿੱਖ ਪੰਥ ਅੱਜ ਉਸ ਘੱਲੂਘਾਰੇ ਨੂੰ ਮਨਾਉਂਦਾ ਪਿਆ ਹੈ। ਆਪਾਂ ਵੀ ਉਹਨਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰ ਸਕੀਏ।